ਸਵਾਗਤ ਹੈ ਜੀ ਤੁਹਾਡਾ ਵੀਰ ਦੀ ਕੋਚਿੰਗ YouTube ਚੈਨਲ ਦੇ ਉੱਪਰ। ਅੱਜ ਦੀ ਕਲਾਸ ਦੇ ਵਿੱਚ ਆਪਾਂ ਹਿਸਟਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂਗੇ, ਜੋ ਕਿ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਕਲਾਸ ਹੈਗੀ। ਸੋ ਕਲਾਸ ਨੂੰ ਸਟਾਰਟ ਕਰਦੇ ਹਾਂਗੇ। ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਆਪਾਂ ਹਿਸਟਰੀ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵੀ ਹੈਰੋਡੋਟਸ ਕੌਣ ਸੀਗਾ। ਹੈਰੋਡੋਟਸ ਇੱਕ ਅਜਿਹਾ ਵਿਅਕਤੀ ਸੀਗਾ ਜਿਸ ਨੇ ਹਿਸਟਰੀ ਸ਼ਬਦ ਦਾ ਪਹਿਲੀ ਵਾਰ ਪ੍ਰਯੋਗ ਕੀਤਾ ਸੀਗਾ। ਇਸ ਕਰਕੇ ਹੈਰੋਡੋਟਸ ਨੂੰ ਹਿਸਟਰੀ ਦਾ ਪਿਤਾਮਾ ਕਿਹਾ ਜਾਂਦਾ ਹੈਗਾ। ਇਸ ਤੋਂ ਬਾਅਦ ਹਿਸਟਰੀ ਨੂੰ 3 ਕਾਲਾਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਆਪਾਂ ਨੂੰ ਯਾਦ ਰਹਿ ਸਕੇ ਵੀ ਇਸ ਕਾਲ ਦੇ ਵਿੱਚ ਇਸ ਤਰ੍ਹਾਂ ਜੋ ਕਿ ਘਟਨਾਵਾਂ ਵਾਪਰੀਆਂ, ਕਿਸ ਤਰ੍ਹਾਂ ਦਾ ਪਹਿਰਾਵਾ ਸੀ ਲੋਕਾਂ ਦਾ, ਖਾਣ ਪੀਣ, ਅਜਿਹਾ ਕੁਝ ਜਾਣਨ ਦੇ ਲਈ ਹਿਸਟਰੀ ਨੂੰ 3 ਕਾਲਾਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਇਸ ਨੂੰ ਪੜ੍ਹਨਾ ਆਸਾਨ ਹੋ ਜਾਵੇ ਤੇ ਆਪਾਂ ਨੂੰ ਜੋ ਕਿ ਨੌਲੇਜ ਹੁੰਦੀ ਹੈਗੀ ਪੁਰਾਣੇ ਆਪਣੇ ਪੁਰਾਤਨ ਇਤਿਹਾਸ ਦੀ ਵਧੀਆ ਤਰੀਕੇ ਦੇ ਨਾਲ ਆ ਜਾਵੇ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਵੀ ਹਿਸਟਰੀ ਦਾ ਸਭ ਤੋਂ ਪਹਿਲਾ ਪੜਾਅ ਹੈਗਾ ਪ੍ਰਾਗ ਇਤਿਹਾਸ, ਭਾਵ ਕਿ ਪ੍ਰੀ ਹਿਸਟੋਰਿਕ ਪੀਰੀਅਡ। ਸੈਕੰਡ ਹੈਗਾ ਆਦਿਕਾਲ ਇਤਿਹਾਸ, ਪ੍ਰੋਟੋ ਹਿਸਟਰੀ ਪੀਰੀਅਡ। ਤੇ ਥਰਡ ਹੈਗਾ ਇਤਿਹਾਸ ਕਾਲ, ਭਾਵ ਕਿ ਹਿਸਟੋਰੀਕਲ ਪੀਰੀਅਡ। ਜੇਕਰ ਆਪਾਂ ਗੱਲ ਕਰੀਏ ਵੀ ਜਿਹੜਾ ਪ੍ਰਾਗ ਇਤਿਹਾਸ ਹੈਗਾ, ਇਸ ਦੇ ਵਿੱਚ ਆਪਾਂ ਨੂੰ ਕੋਈ ਲਿਖਤ ਸਰੋਤ ਨਹੀਂ ਮਿਲੇ ਸੀਗੇ, ਭਾਵ ਕਿ ਸਿਰਫ ਵਿਅਕਤੀ ਦੇ ਕੰਕਾਲ ਮਿਲੇ ਸੀਗੇ ਜਿਸ ਤੋਂ ਪਤਾ ਲੱਗਦਾ ਸੀਗਾ ਵੀ ਜੋ ਕਿ ਵਿਅਕਤੀ ਇਸ ਸਮੇਂ ਜੀ ਰਿਹਾ ਸੀ, ਭਾਵ ਕਿ ਇਸ ਸਮੇਂ ਤੋਂ ਵਿਅਕਤੀ ਦਾ ਜਨਮ ਹੋ ਗਿਆ ਸੀਗਾ। ਤੇ ਸੈਕੰਡ ਦੀ ਜੇ ਗੱਲ ਕਰੀਏ ਆਦਿਕਾਲ ਇਤਿਹਾਸ ਦੇ ਵਿੱਚ, ਇਸ ਦੇ ਵਿੱਚ ਆਪਾਂ ਨੂੰ ਲਿਖਤ ਜੋ ਕਿ ਸਰੂਪ ਤਾਂ ਮਿਲੇ ਸੀਗੇ ਪਰ ਜੋ ਉਸ ਵਿੱਚ ਭਾਸ਼ਾ ਸੀਗੀ ਉਹ ਵਿਅਕਤੀ ਦੇ ਸਮਝ ਵਿੱਚ ਨਹੀਂ ਆਈ, ਜਿਸ ਕਰਕੇ ਆਪਾਂ ਨੂੰ ਸਿਰਫ ਉਸ ਦੇ ਵਿੱਚੋਂ ਜੇ ਆਪਾਂ ਕਹਿ ਲਈਏ ਵੀ ਪੁਰਾਣੇ ਜੋ ਕਿ ਕਿਸ ਤਰ੍ਹਾਂ ਦੇ ਉਹ ਸੰਦ ਵਰਤਦੇ ਸੀਗੇ, ਉਹਨਾਂ ਦਾ ਖਾਣ ਪੀਣ, ਉਸ ਦਾ ਆਪਾਂ ਨੂੰ ਇਸ ਦੇ ਵਿੱਚ ਕਾਲ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈਗਾ। ਤੇ ਜੇ ਆਪਾਂ ਥਰਡ ਦੀ ਗੱਲ ਕਰੀਏ ਇਤਿਹਾਸ ਕਾਲ ਦੀ, ਇਸ ਦੇ ਵਿੱਚ ਆਪਾਂ ਨੂੰ ਲਿਖਤ ਸਰੋਤ ਵੀ ਮਿਲੇ ਸੀਗੇ ਤੇ ਜੋ ਕਿ ਸਮਝ ਦੇ ਵਿੱਚ ਆਉਣ ਵਾਲੀ ਭਾਸ਼ਾ ਦੇ ਵਿੱਚ ਮਿਲੇ ਸੀਗੇ। ਇਸ ਤਰ੍ਹਾਂ ਹਿਸਟਰੀ ਨੂੰ 3 ਪੜਾਵਾਂ ਦੇ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾ ਪੜਾਅ ਆ ਗਿਆ ਪ੍ਰਾਗ ਇਤਿਹਾਸ, ਸੈਕੰਡ ਹੈਗਾ ਆਦਿਕਾਲ ਇਤਿਹਾਸ ਤੇ ਥਰਡ ਹੈਗਾ ਇਤਿਹਾਸ ਕਾਲ। ਹੁਣ ਆਪਾਂ ਗੱਲ ਕਰਦੇ ਹਾਂਗੇ ਇਤਿਹਾਸ ਕਾਲ ਦੀ। ਅੱਗੇ ਇਤਿਹਾਸ ਕਾਲ ਨੂੰ 3 ਪਾਰਟ ਦੇ ਵਿੱਚ ਹੋਰ ਵੰਡਿਆ ਗਿਆ ਤਾਂ ਕਿ ਇਸ ਨੂੰ ਜਾਣਨਾ ਆਪਣੇ ਲਈ ਹੋਰ ਵੀ ਆਸਾਨ ਹੋ ਜਾਵੇ। ਸਭ ਤੋਂ ਪਹਿਲਾਂ ਆਉਂਦਾ ਹੈਗਾ ਪ੍ਰਾਚੀਨ ਇਤਿਹਾਸ, ਭਾਵ ਕਿ ਏਸ਼ੀਅੰਟ ਹਿਸਟਰੀ। ਸੈਕੰਡ ਹੈਗਾ ਮੈਡੀਵਲ ਹਿਸਟਰੀ, ਭਾਵ ਕਿ ਮੱਧਕਾਲੀਨ। ਤੇ ਥਰਡ ਹੈਗਾ ਮਾਡਰਨ ਹਿਸਟਰੀ, ਭਾਵ ਕਿ ਆਧੁਨਿਕ ਇਤਿਹਾਸ। ਏਸ਼ੀਅੰਟ ਹਿਸਟਰੀ ਜੋ ਕਿ ਪ੍ਰਾਚੀਨ ਇਤਿਹਾਸ ਆ ਗਿਆ, ਇਹ ਆਪਣੇ ਐਗਜ਼ਾਮ ਦੇ ਲਈ ਇੰਨਾ ਜ਼ਿਆਦਾ ਕੋਈ ਮਹੱਤਵਪੂਰਨ ਨਹੀਂ ਹੈਗਾ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ ਕੁਐਸਚਨ ਦੇਖਣ ਨੂੰ ਨਹੀਂ ਮਿਲਦੇ ਹੈਗੇ। ਆਪਾਂ ਨੂੰ ਜੋ ਕੁਐਸਚਨ ਪੁੱਛੇ ਜਾਂਦੇ ਨੇ ਉਹ ਆਪਾਂ ਨੂੰ ਮੈਡੀਵਲ ਹਿਸਟਰੀ ਤੋਂ ਲੈ ਕੇ ਆਧੁਨਿਕ ਇਤਿਹਾਸ, ਭਾਵ ਕਿ ਮਾਡਰਨ ਹਿਸਟਰੀ 'ਤੇ ਪੁੱਛੇ ਜਾਂਦੇ ਨੇ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਮੈਡੀਵਲ ਹਿਸਟਰੀ ਤੋਂ ਸਟਾਰਟ ਕਰਾਂਗੇ। ਮੈਡੀਵਲ ਹਿਸਟਰੀ ਹਰਸ਼ਵਰਧਨ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈਗੀ। ਤੁਸੀਂ ਸਾਹਮਣੇ ਇਮੇਜ ਦੇ ਵਿੱਚ ਦੇਖ ਸਕਦੇ ਹੋ ਵੀ ਹਰਸ਼ਵਰਧਨ ਅੰਪਾਇਰ ਕਿਸ ਤਰ੍ਹਾਂ ਸਥਾਪਿਤ ਹੋਇਆ ਸੀਗਾ ਆਪਣੇ ਭਾਰਤ ਦੇ ਵਿੱਚ। ਇਸ ਤੋਂ ਬਾਅਦ ਜਦੋਂ ਹਰਸ਼ਵਰਧਨ ਦੀ ਮੌਤ ਹੋ ਜਾਂਦੀ ਹੈਗੀ ਤਾਂ ਭਾਰਤ ਦੇ ਵਿੱਚ ਰਾਜਨੀਤਿਕ ਤੇ ਧਾਰਮਿਕ ਅਸਥਿਰਤਾ ਫੈਲ ਜਾਂਦੀ ਹੈਗੀ ਕਿਉਂਕਿ ਹਰਸ਼ਵਰਧਨ ਇੱਕ ਅਜਿਹਾ ਵਿਅਕਤੀ ਸੀਗਾ ਜੋ ਕਿ ਬਹੁਤ ਹੀ ਜ਼ਿਆਦਾ ਤਾਕਤਵਰ ਸੀਗਾ। ਉਸਦੇ ਹੁੰਦੇ ਕੋਈ ਗੁਆਂਢੀ ਦੇਸ਼ ਜਾਂ ਕਿਸੇ ਰਾਜੇ ਦੀ ਇੰਨੀ ਹਿੰਮਤ ਨਹੀਂ ਸੀਗੀ ਵੀ ਉਹ ਭਾਰਤ 'ਤੇ ਹਮਲਾ ਕਰ ਸਕਦਾ ਸੀਗਾ ਜਾਂ ਫਿਰ ਭਾਰਤ ਦੇ ਵਿੱਚ ਆ ਕੇ ਆਪਣੀ ਹਕੂਮਤ ਜਿਤਾ ਸਕਦਾ ਸੀਗਾ। ਤਾਂ ਕੀ ਹੁੰਦਾ ਉਸ ਤੋਂ ਬਾਅਦ ਜਦੋਂ ਹਰਸ਼ਵਰਧਨ ਦੀ ਮੌਤ ਹੋ ਜਾਂਦੀ ਹੈਗੀ ਤਾਂ ਭਾਰਤ ਦੇ ਵਿੱਚ ਕੋਈ ਇੰਨਾ ਤਾਕਤਵਰ ਰਾਜਾ ਨਹੀਂ ਰਹਿ ਜਾਂਦਾ। ਤਾਂ ਇਸ ਗੱਲ ਦੀ ਭਣਕ ਗੁਆਂਢੀ ਦੇਸ਼ਾਂ ਨੂੰ ਲੱਗ ਜਾਂਦੀ ਹੈਗੀ। ਇਸ ਦੇ ਲਈ ਅਫਗਾਨਿਸਤਾਨ ਤੋਂ ਭਾਰਤ ਦੇ ਉੱਪਰ ਹਮਲੇ ਹੁੰਦੇ ਨੇ। ਅਫਗਾਨਿਸਤਾਨ ਆਪਣਾ ਇੰਡੀਆ ਦੇ ਇੱਧਰਲੀ ਸਾਈਡ ਪਾਇਆ ਜਾਂਦਾ, ਤੁਹਾਡੇ ਸਾਹਮਣੇ ਦੇਖੋ ਪਾਕਿਸਤਾਨ ਤੋਂ ਅੱਗੇ। ਤੇ ਨੈਕਸਟ ਆਪਾਂ ਗੱਲ ਜੇ ਕਰੀਏ ਤਾਂ ਅਫਗਾਨਿਸਤਾਨ ਤੋਂ ਸਭ ਤੋਂ ਪਹਿਲਾ ਹਮਲਾਵਰ ਅਰਬੀ ਕਰਦੇ ਨੇ। ਅਰਬੀ ਤੋਂ ਭਾਵ ਅਰਬੀ ਇੱਕ ਜਾਤ ਹੈਗੀ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਅਫਗਾਨਿਸਤਾਨ ਤੋਂ ਤਾਂ ਇਹ ਸਾਰੇ ਹਮਲੇ ਆਪਣੇ ਭਾਰਤ ਦੇ ਉੱਪਰ ਹੋਏ ਸੀਗੇ। ਜੇ ਆਪਾਂ ਗੱਲ ਕਰੀਏ ਵੀ ਅਰਬੀ ਹੋ ਗਏ, ਤੁਰਕਿਸ਼ ਦੀ ਗੱਲ ਕਰਾਂਗੇ ਅੱਗੇ ਆਪਾਂ ਜੋ ਰਾਜੇ ਆਉਣਗੇ, ਤਾਂ ਇਹ ਸਭ ਇਹ ਜਾਤਾਂ ਨੇ, ਨਾ ਕਿ ਇਹ ਕੋਈ ਵੀ ਮੰਨ ਕੇ ਚਲੋ ਵੀ ਕਿਸੇ ਦੇਸ਼ ਤੋਂ ਆਏ ਨੇ। ਇਹ ਅਰਬੀ ਕੋਈ ਦੇਸ਼ ਨਹੀਂ ਹੈਗਾ, ਇਹ ਕੋਈ ਜਾਤ ਹੈਗੀ। ਇਹ ਜਿਹੜੇ ਦੇਸ਼ ਤੋਂ ਆਏ ਸੀਗੇ ਇਹ ਅਫਗਾਨਿਸਤਾਨ ਤੋਂ ਆਏ ਸੀਗੇ ਭਾਰਤ ਦੇ ਉੱਪਰ ਹਮਲਾ ਕਰਨ ਦੇ ਲਈ। ਤਾਂ ਸਭ ਤੋਂ ਪਹਿਲਾਂ
ਅਰਬੀ ਹਮਲਾ ਕਰਦਾ ਹੈਗਾ ਮੁਹੰਮਦ ਬਿਨ ਕਾਸਿਮ, ਜੋ ਕਿ ਇੱਕ ਮੁਸਲਿਮ ਵਿਅਕਤੀ ਸੀਗਾ। ਇਹਨੇ ਭਾਰਤ ਦੇ ਉੱਪਰ 712 ਈਡੀ ਦੇ ਵਿੱਚ, ਜੋ ਕਿ ਭਾਰਤ ਦੇ ਵਿੱਚ ਸਿੰਧ ਪੈਂਦਾ ਹੈਗਾ, ਉਸ ਦੇ ਉੱਪਰ ਇਸਨੇ ਹਮਲਾ ਕਰ ਦਿੱਤਾ। ਸਿੰਧ ਦੇ ਰਾਜੇ ਦਾਹਿਰ ਨਾਲ ਇਸ ਦਾ ਯੁੱਧ ਲੱਗਦਾ ਹੈਗਾ, ਜਿਸ ਦੇ ਵਿੱਚ ਮੁਹੰਮਦ ਬਿਨ ਕਾਸਿਮ ਜਿੱਤ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਹੁੰਦਾ ਹੈਗਾ, ਜਿੱਤਣ ਤੋਂ ਬਾਅਦ 713 ਈਡੀ ਦੇ ਵਿੱਚ ਮਲਤਾਨ 'ਤੇ ਹਮਲਾ ਕਰਕੇ ਮੁਹੰਮਦ ਬਿਨ ਕਾਸਿਮ ਇਸ ਨੂੰ ਵੀ ਜਿੱਤ ਲੈਂਦਾ ਹੈਗਾ ਅਤੇ ਉਸ ਤੋਂ ਬਾਅਦ ਅਲ-ਮਸੂਰਾ ਨੂੰ ਆਪਣੀ ਰਾਜਧਾਨੀ ਬਣਾਉਂਦਾ ਹੈਗਾ। ਜੋ ਮੁਹੰਮਦ ਬਿਨ ਕਾਸਿਮ ਨੇ ਹਮਲੇ ਕੀਤੇ ਸੀਗੇ ਭਾਰਤ ਦੇ ਉੱਪਰ, ਉਸ ਦਾ ਵਿਸਥਾਰ ਚੰਚਨਾਮਾ ਕਿਤਾਬ ਦੇ ਵਿੱਚ ਹੈਗਾ, ਜੋ ਕਿ ਆਪਾਂ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਵੀ ਜੋ ਮੁਹੰਮਦ ਬਿਨ ਕਾਸਿਮ ਦੇ ਹਮਲੇ ਹੋਏ ਨੇ ਭਾਰਤ ਦੇ ਉੱਪਰ, ਉਸ ਦੇ ਵਿਸਥਾਰ ਕਿਸ ਕਿਤਾਬ ਦੇ ਵਿੱਚ ਹੈਗਾ। ਤਾਂ ਇਹ ਚੰਚਨਾਮਾ ਕਿਤਾਬ ਹੈਗੀ ਅਤੇ ਇਹ ਲਿਖੀ ਕਿਹਨੇ ਸੀਗੀ, ਇਹ ਲਿਖੀ ਸੀਗੀ ਅਲੀ ਅਹਿਮਦ ਨੇ। ਨੈਕਸਟ ਆਪਾਂ ਗੱਲ ਕਰਾਂਗੇ, ਮੁਹੰਮਦ ਬਿਨ ਕਾਸਿਮ ਭਾਰਤ ਵਿੱਚ ਇਸਲਾਮ ਧਰਮ ਵਧਾਉਣ ਦੇ ਲਈ ਇੱਕ ਟੈਕਸ ਲੈ ਕੇ ਆਇਆ ਸੀਗਾ। ਸਭ ਤੋਂ ਪਹਿਲਾ ਟੈਕਸ ਜਜ਼ੀਆ ਟੈਕਸ ਸੀਗਾ। ਹੁਣ ਆਪਾਂ ਗੱਲ ਕਰਾਂਗੇ ਜਜ਼ੀਆ ਟੈਕਸ ਦੀ। ਇਹ ਟੈਕਸ ਇਸ ਦੇ ਲਈ ਲੈ ਕੇ ਆਇਆ ਸੀਗਾ ਕਿਉਂਕਿ ਜੋ ਕਿ ਹੋਰ ਵਰਗ ਦੇ ਧਰਮ ਜੇ ਦੀ ਗੱਲ ਕਰੀਏ ਆਪਾਂ ਵੀ, ਹੋਰ ਵੀ ਧਰਮ ਸੀਗੇ ਭਾਰਤ ਦੇ ਵਿੱਚ ਉਸ ਸਮੇਂ, ਤਾਂ ਜੋ ਇਹ ਸੀਗਾ ਮੁਹੰਮਦ ਬਿਨ ਕਾਸਿਮ, ਇਹਨੇ ਆਪਣਾ ਇਸਲਾਮ ਧਰਮ ਵਧਾਉਣ ਦੇ ਲਈ ਇਹ ਟੈਕਸ ਲੈ ਕੇ ਆਇਆ ਸੀਗਾ ਵੀ ਮੇਰਾ ਇਸਲਾਮ ਧਰਮ ਹੋਰ ਵਧੇ ਅਤੇ ਮੈਂ ਸਾਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਹੌਲੀ ਹੌਲੀ ਰਾਜ ਕਰ ਲਵਾਂ। ਇਸ ਦੇ ਲਈ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਜਜ਼ੀਆ ਟੈਕਸ ਲੈ ਕੇ ਆਇਆ, ਜੋ ਕਿ ਨੌਨ ਮੁਸਲਿਮ ਟੈਕਸ ਸੀਗਾ, ਭਾਵ ਕਿ ਮੁਸਲਮਾਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਸੀਗਾ। ਇਸ ਦੇ ਵਿੱਚ 5 ਜਾਤੀਆਂ ਹੋਰ ਐਡ ਕੀਤੀਆਂ ਸੀਗੀਆਂ ਮੁਹੰਮਦ ਬਿਨ ਕਾਸਿਮ ਨੇ, ਜੋ ਕਿ ਟੈਕਸ ਨਹੀਂ ਦੇ ਸਕਦੀਆਂ ਸੀਗੀਆਂ। ਉਸ ਦੇ ਵਿੱਚ ਕੀ ਸੀਗਾ, ਸਭ ਤੋਂ ਪਹਿਲਾਂ ਤਾਂ ਮੁਹੰਮਦ ਬਿਨ ਕਾਸਿਮ ਨੇ ਕਿਹਾ ਵੀ ਉਹ ਬੱਚੇ ਨੇ, ਉਹਨਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ ਹੈਗੀ। ਸੈਕਿੰਡ, ਬੁੱਢੇ ਵਿਅਕਤੀ, ਉਹਨਾਂ ਨੂੰ ਵੀ ਕਹਿੰਦੇ ਵੀ ਲੋੜ ਨਹੀਂ ਹੈਗੀ ਇਹ ਕਹਿੰਦਾ। ਅਤੇ ਥਰਡ ਹੈਗਾ ਬ੍ਰਾਹਮਣ, ਇਹ ਕਹਿੰਦਾ ਬ੍ਰਾਹਮਣ ਦੀ ਵੀ ਲੋੜ ਨਹੀਂ, ਨਾ ਦੋ ਟੈਕਸ, ਕਹਿੰਦਾ ਕੋਈ ਚੱਕਰ ਨਹੀਂ ਹੈਗਾ। ਉਸ ਤੋਂ ਬਾਅਦ ਹੈਂਡੀਕੈਪਟ, ਉਸ ਤੋਂ ਬਾਅਦ ਫਿਰ ਔਰਤਾਂ, ਜਿਨ੍ਹਾਂ ਦੇ ਉੱਪਰ ਟੈਕਸ ਨਹੀਂ ਲੱਗਦਾ ਸੀਗਾ। ਇਸ ਤੋਂ ਬਾਅਦ ਆਉਂਦਾ ਹੈਗਾ ਫਿਰੋਜ਼ ਸ਼ਾਹ ਤੁਗਲਕ। ਇਹਨੇ 5 ਕੈਟਾਗਰੀਆਂ ਦੇ ਵਿੱਚੋਂ ਇੱਕ ਕੈਟਾਗਰੀ ਹਟਾਤੀ, ਜੋ ਕਿ ਬ੍ਰਾਹਮਣ ਸੀਗੇ। ਇਹ ਕਹਿੰਦਾ ਬਾਕੀ ਚਲੋ 4 ਕੈਟਾਗਰੀਆਂ ਤੋਂ ਮੈਂ ਵੀ ਨਹੀਂ ਟੈਕਸ ਲੈਂਦਾ ਹੈਗਾ, ਪਰ ਮੈਂ ਕਹਿੰਦਾ ਬ੍ਰਾਹਮਣਾਂ ਤੋਂ ਮੈਂ ਟੈਕਸ ਲਾਊਂਗਾ। ਇਸ ਕਰਕੇ ਇਹਨੇ ਬ੍ਰਾਹਮਣਾਂ ਦੇ ਉੱਪਰ ਜਜ਼ੀਆ ਕਰ ਲਗਾ ਦਿੱਤਾ ਸੀਗਾ। ਉਸ ਤੋਂ ਬਾਅਦ ਅਕਬਰ ਆਇਆ ਸੀਗਾ, ਅਕਬਰ ਨੇ ਜਜ਼ੀਆ ਕਰ ਨੂੰ ਖ਼ਤਮ ਕਰਤਾ। ਇਸ ਤੋਂ ਬਾਅਦ ਔਰੰਗਜ਼ੇਬ ਆਇਆ, ਇਹਨੇ ਜਜ਼ੀਆ ਕਰ ਫੇਰ ਚਲਾਤਾ, ਜਿਸ ਵਿੱਚ ਸਾਰੇ ਲੋਕਾਂ ਨੇ ਟੈਕਸ ਲਾਇਆ ਗਿਆ। ਇਹ ਕਹਿੰਦਾ ਨਾ ਮੈਂ ਕਿਸੇ ਨੂੰ ਛੱਡਾਂ, ਕਹਿੰਦਾ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਟੈਕਸ ਲਾਊਂਗਾ ਕਹਿੰਦਾ। ਇਸ ਤੋਂ ਬਾਅਦ ਇੱਕ ਮਹਾਨ ਵਿਅਕਤੀ ਆਉਂਦਾ, ਭਾਵ ਕਿ ਰਾਜਾ ਆਉਂਦਾ ਹੈਗਾ, ਜੋ ਕਿ ਬਹੁਤ ਚੰਗਾ ਵਿਅਕਤੀ ਸੀਗਾ। ਇਹਨੇ ਕੀ ਕੀਤਾ, ਇਹਨੇ ਜਜ਼ੀਆ ਕਰ ਖ਼ਤਮ ਕਰ ਦਿੱਤਾ ਸੀਗਾ ਅਤੇ ਇਹ ਰਾਜਾ ਸੀਗਾ ਮੁਹੰਮਦ ਸ਼ਾਹ ਰੰਗੀਲਾ। ਅਤੇ ਇਹਨੇ ਇੱਕ ਕਥਨ ਵੀ ਕਿਹਾ ਸੀਗਾ ਵੀ ਜੋ ਜਜ਼ੀਆ ਕਰ ਲਾਊਗਾ ਉਹ ਰਾਜਾ ਨਹੀਂ ਹੈਗਾ। ਮੁਹੰਮਦ ਬਿਨ ਕਾਸਿਮ ਜਜ਼ੀਆ ਟੈਕਸ ਤੋਂ ਬਾਅਦ ਇੱਕ ਹੋਰ ਟੈਕਸ ਲੈ ਕੇ ਆਇਆ ਸੀਗਾ। ਇਹ ਪੂਰੇ 3 ਟੈਕਸ ਲੈ ਕੇ ਆਇਆ ਸੀਗਾ। ਸਭ ਤੋਂ ਪਹਿਲਾਂ ਆਪਾਂ ਜਜ਼ੀਆ ਕਰ ਦੀ ਗੱਲ ਕਰ ਲਈਏਗੀ ਵੀ ਇਹ ਲੈ ਕੇ ਕੌਣ ਆਏ ਜਜ਼ੀਆ ਕਰ, ਇਹ ਲੈ ਕੇ ਆਇਆ ਸੀਗਾ ਮੁਹੰਮਦ ਬਿਨ ਕਾਸਿਮ। ਅਤੇ ਉਸ ਤੋਂ ਬਾਅਦ ਜਿਹੜੀ ਇੱਕ ਕੈਟਾਗਰੀ ਹਟਾਈ ਸੀਗੀ, ਉਹ ਹਟਾਈ ਸੀਗੀ ਫਿਰੋਜ਼ ਸ਼ਾਹ ਤੁਗਲਕ ਨੇ। ਉਸ ਤੋਂ ਬਾਅਦ ਜਜ਼ੀਆ ਕਰ ਨੂੰ ਖ਼ਤਮ ਕੀਤਾ ਸੀਗਾ ਅਕਬਰ ਨੇ। ਇਸ ਤੋਂ ਬਾਅਦ ਦੁਬਾਰਾ ਚਲਾਇਆ ਜਜ਼ੀਆ ਕਰ ਔਰੰਗਜ਼ੇਬ ਨੇ। ਉਸ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ, ਇਹਨੇ ਜਜ਼ੀਆ ਕਰ ਬਿਲਕੁਲ ਮਿਟਾ ਦਿੱਤਾ ਸੀਗਾ ਅਤੇ ਉਸ ਤੋਂ ਬਾਅਦ ਇਹ ਵੀ ਗੱਲ ਕਹਿਤੀ ਸੀਗੀ ਵੀ ਜੋ ਜਜ਼ੀਆ ਕਰ ਲਾਊਗਾ ਉਹ ਰਾਜੀ ਨਹੀਂ ਹੈਗਾ ਵੀ। ਤਾਂ ਇਸ ਤਰ੍ਹਾਂ ਜੋ ਦੂਜਾ ਟੈਕਸ ਲੈ ਕੇ ਆਇਆ ਸੀਗਾ ਮੁਹੰਮਦ ਬਿਨ ਕਾਸਿਮ, ਉਹ ਜ਼ਕਾਤ ਸੀਗਾ, ਜੋ ਕਿ ਮੁਸਲਮਾਨ 'ਤੇ ਸੀਗਾ ਵੀ ਜਿਵੇਂ ਮਸਜਿਦਾਂ ਬਣਾਉਣੀਆਂ ਹੁੰਦੀਆਂ ਹੈਗੀਆਂ ਜਾਂ ਕੋਈ ਹੋਰ ਚੰਗੇ ਕੰਮ ਕਰਨੇ ਹੁੰਦੇ ਆ, ਉਹ ਇਸ ਦੇ ਲਈ ਸੀਗਾ, ਜੋ ਕਿ ਸਿਰਫ ਮੁਸਲਿਮ ਲੋਕ ਹੀ ਭਰਦੇ ਸੀਗੇ ਇਹ ਟੈਕਸ, ਜ਼ਕਾਤ ਟੈਕਸ। ਇਸ ਤੋਂ ਬਾਅਦ ਤੀਜੇ ਟੈਕਸ ਦੀ ਗੱਲ ਕਰੀਏ ਤਾਂ ਉਹ ਖਰਾਜ ਸੀਗਾ। ਇਹ ਟੈਕਸ ਜੋ ਕਿ ਵਿਅਕਤੀ ਭਰਦੇ ਸੀਗੇ, ਇਹ ਲੈਂਡ ਦੇ ਉੱਪਰ ਲੱਗਿਆ ਹੋਇਆ ਸੀ, ਭਾਵ ਕਿ ਇਹ ਇੱਕ ਭੂਮੀ ਟੈਕਸ ਸੀਗਾ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਮਿਡੀਵਲ ਹਿਸਟਰੀ ਸਟਾਰਟ ਕਰ ਲਈ ਹੈਗੀ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ। ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਹੋਰ ਵਿਦਿਆਰਥੀ ਆਪਣੀ ਇਸ ਕਲਾਸ ਦੇ ਨਾਲ ਜੁੜ ਜਾਣ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਲਿਓ, ਤਾਂ ਕਿ ਹਰ ਇੱਕ ਕਲਾਸ ਦਾ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।